समाज ਇਹੋ ਜਿਹਾ ਕਿ ਜਿੱਥੇ 65 ਸਾਲ ਬਜ਼ੁਰਗ ਵੀ ਕਾਮ ਬਾਸਨਾ ਨੇ ਘੇਰ ਰੱਖੇ ਹੋਏ ਆ। ਮੈਂ ਆਪਣੀ ਸਕਰੀਨ ਤੇ ਜਿਹੜਾ ਰਾਜ਼ੀਨਾਮਾ ਹੋਇਆ ਸੀ ਉਹ ਨਾਲੋਂ ਨਾਲ ਪੇਪਰ ਵੀ ਚਲਾ ਰਿਹਾ, ਜਿਸ ਦੇ ਵਿੱਚ ਔਰਤ ਦੀਆਂ ਤਸਵੀਰਾਂ ਵੀ ਚਲਾ ਰਿਹਾ, ਜਿਸ ਦੇ ਵਿੱਚ 10,40,000 ਰੁਪਇਆ ਉਸ ਦੀ ਝੋਲੀ ਵਿੱਚ ਪਾਇਆ ਗਿਆ। ਆਪਣੇ ਰਿਸ਼ਤੇ ਕਿਤੋਂ ਨਹੀਂ ਮਿਲਦੇ, ਕਿਉਂਕਿ ਜਿਹੜੇ ਆਪਣੇ ਹੁੰਦੇ ਆ ਉਹ ਆਪਣੇ ਖੂਨ ਦੇ ਰਿਸ਼ਤੇ। ਕਾਮ ਬਾਸਨਾ ਜਦੋਂ ਬੰਦੇ ਨੂੰ ਘੇਰ ਲੈਂਦੀ ਆ ਤਾਂ ਜਿਹੜਾ ਖੂਨ ਆ ਉਹ ਕਿਵੇਂ ਪਾਣੀ ਪਾਣੀ ਹੁੰਦਾ। ਇਹ ਬਜ਼ੁਰਗ ਜਿਹੜਾ 65 ਸਾਲ ਦਾ ਵਾ, ਉਸ ਬਜ਼ੁਰਗ ਨੇ ਇੱਕ ਨਜਾਇਜ਼ ਸੰਬੰਧ ਬਣਾ ਕੇ ਇੱਕ ਔਰਤ ਰੱਖੀ ਹੋਈ ਸੀ। ਤਲਾਕ ਵੀ ਹੁੰਦਾ, ਪੈਸੇ ਵੀ ਲੈ ਜਾਂਦੀ, ਪਰ ਫਿਰ ਉਹ ਪੰਜਾਬ ਦੀ ਕਹਾਵਤ ਹੈ ਕਿ ਮੁੜ ਘੁੜ ਬੋਤੀ ਬੋੜ ਥੱਲੇ ਜਾਣ ਵਾਲਾ ਕੰਮ ਹੋਇਆ ਪਿਆ ਕਿ ਬਜ਼ੁਰਗ ਫਿਰ ਉਸ ਔਰਤ ਕੋਲੇ ਹੀ ਜਾ ਰਿਹਾ। ਪਰ ਡੈਡੀ ਸਾਡਾ ਹੁਣ ਉੱਧਰ ਹੀ ਰਹਿੰਦਾ ਬਲਜਿੰਦਰ ਕੌਰ ਕੋਲ। ਜੇ ਸਾਨੂੰ ਇੱਥੋਂ ਘਰੋਂ ਕੱਢੂਗਾ ਤੇ ਮੈਂ ਕੁਝ ਦਿਖਾ ਕੇ ਆਪ ਵੀ ਮਰ ਜਾਣਾ, ਤੇ ਇਹ ਮੇਰੇ ਘਰ ਵਾਲੇ ਨੂੰ, ਬੱਚਿਆਂ ਨੂੰ ਵੀ ਮੈਂ ਕੁਝ ਦੇ ਕੇ ਮਾਰ ਦੇਣਾ। ਤਾਂ ਪਰ ਸਾਡੀ ਜ਼ਿੰਮੇਵਾਰ ਉਹ ਬਲਜਿੰਦਰ ਕੌਰ ਦੇ ਘਰ ਵਾਲੀ ਤੇ ਸਾਡੇ ਡੈਡੀ ਹੋਊ। ਕੁੱਟ ਕੇ ਘਰੋਂ ਬਾਹਰ ਕੱਢਤਾ, ਮੇਰੀ ਸਕੂਟਰੀ ਭੰਨਤੀ। ਅੰਦਾਜ਼ਾ ਵੀ ਮੇਰਾ ਐਸਐਸਪੀ ਦੇ ਕੇਸ ਚੱਲਦਾ ਵਾ। ਐਸ਼ ਨਹੀਂ ਕਰਦੇ ਕੋਈ, ਕੁਛ ਨਹੀਂ। ਉਹਦਾ ਦੂਜਾ ਦੇ ਕੇ ਪੈਸੇ ਅਲੱਗ ਕਰਦੇ। ਦਾਦੂ ਸਾਨੂੰ ਘਰੋਂ ਨਾ ਕੱਢ, ਅਸੀਂ ਕਿੱਥੇ ਆਵਾਂਗੇ। ਦਾਦੂ ਅਸੀਂ ਕਿਹਦੇ ਬੱਚੇ ਆ? ਅਸੀਂ ਵੀ ਤੇਰੇ ਹੀ ਬੱਚੇ ਆ। ਰੰਗਲਾ ਪੰਜਾਬ ਟੋਰਾਂਟੋ ਵੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਰਾਣਾ। ਤੁਸੀਂ ਅਕਸਰ ਹੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਲਵ ਮੈਰਿਜਾਂ ਹੁੰਦੀਆਂ ਤਾਂ ਵੇਖਦੇ ਰਹਿੰਦੇ ਹੋ, ਪਰ ਇੱਥੇ ਸਮਾਜ ਇਹੋ ਜਿਹਾ ਕਿ ਜਿੱਥੇ 65 ਸਾਲ ਬਜ਼ੁਰਗ ਵੀ ਕਾਮ ਬਾਸਨਾ ਨੇ ਘੇਰ ਰੱਖੇ ਹੋਏ ਆ। ਇੱਕ ਅਜਿਹੀ ਘਟਨਾ ਲੈ ਕੇ ਪਹੁੰਚਿਆ ਤੁਹਾਡੇ ਕੋਲੇ। ਜਿਹੜੇ ਬਾਈ ਦਾ ਪਿੰਡ ਆ ਉਹ ਹੈਗਾ ਭੈਣੀ ਰਾਈਆਂ, ਪਰ ਹਾਲ ਵਾਸੀ ਜਗਰਾਉਂ ਦੇ ਕੋਠੇ ਸਿਰ ਜਾਂਗਾ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਬਜ਼ੁਰਗ ਆ ਜਿਸ ਦੀ ਉਮਰ 65 ਸਾਲ ਆ, ਪਰ ਕਿਤੇ ਨਾ ਕਿਤੇ ਕਹਿੰਦੇ ਨੇ ਕਾਮ ਬਾਸਨਾ ਜਦੋਂ ਬੰਦੇ ਤੇ ਹੈਵੀ ਹੋ ਜਾਂਦੀ ਆ ਤਾਂ ਉਹਨਾਂ ਨੂੰ ਜਿਹੜੇ ਆਪਣੇ ਖੂਨ ਦੇ ਰਸਤੇ ਆ ਉਹ ਵੀ ਪਾਣੀ ਵਰਗੇ ਹੋ ਜਾਂਦੇ ਆ। ਇਹ ਘਟਨਾ ਆਇਆ ਕਿ ਇੱਕ ਬਜ਼ੁਰਗ ਆ ਜਿਹੜਾ 65 ਸਾਲ ਦਾ, ਜਦੋਂ ਉਸਨੇ ਪਹਿਲਾਂ ਮੈਰਿਜ ਕਰਵਾਈ ਸੀ ਉਸ ਦੇ 3 ਬੱਚੇ ਸੀ। ਬਾਅਦ ਦੇ ਵਿੱਚ ਉਸ ਤੋਂ ਬਾਅਦ ਉਸਨੇ ਫਿਰ ਇੱਕ ਮੈਰਿਜ ਕਰਾ ਲਈ, ਕਿਉਂਕਿ ਜਿਹੜੀ ਪਹਿਲੀ ਪਤਨੀ ਸੀ ਉਸ ਦੀ ਡੈਥ ਹੋ ਗਈ। ਬਾਅਦ ਵਿੱਚ ਜਦੋਂ 3 ਬੱਚੇ ਵਿਆਹੇ ਹੋਏ ਸੀ ਉਸ ਤੋਂ ਬਾਅਦ ਉਸਨੇ ਫਿਰ ਮੈਰਿਜ ਕਰਵਾ ਲਈ। ਹੋਇਆ ਕਿ ਮੈਰਿਜ ਤੋਂ ਬਾਅਦ ਜਿਹੜੀ ਉਹ ਲੇਡੀਜ਼ ਦੀ ਉਹ ਆਪਣੇ ਨਾਲ ਅੱਗੇ ਤੋਂ ਹੀ ਪਿੱਛੇ ਤੋਂ ਹੀ ਬੱਚੇ ਲੈ ਕੇ ਆਈ ਸੀ, 2-3 ਬੱਚੇ। ਇਸ ਤੋਂ ਬਾਅਦ ਕੀ ਹੁੰਦਾ ਕਿ ਦੋਨਾਂ ਦਾ ਆਪਸੀ ਡਿਸਪਿਊਟ ਹੋ ਜਾਂਦਾ। ਅਕਸਰ ਹੀ ਕਿਹਾ ਜਾਂਦਾ ਕਿ ਹੱਦ ਨਾਲੋਂ ਵੱਧ ਹੋ ਗਏ ਨੇੜੇ, ਲੱਗਦਾ ਹੈ ਵਿਛੜਾਂਗੇ। ਜਦੋਂ ਹੱਦ ਨਾਲੋਂ ਵੱਧ ਬੰਦਾ ਨੇੜੇ ਹੋ ਜਾਵੇ ਤਾਂ ਵਿਛੜਨ ਦਾ ਵੀ ਸਮਾਂ ਨਜ਼ਦੀਕ ਹੀ ਆ ਜਾਂਦਾ। ਇਸ ਤੋਂ ਬਾਅਦ ਕੀ ਹੁੰਦਾ ਕਿ ਉਹ ਔਰਤ ਨਾਲ ਉਸ ਦਾ ਡਿਸਪਿਊਟ ਹੋ ਜਾਂਦਾ ਤੇ ਕਿਤੇ ਨਾ ਕਿਤੇ ਉਸ ਨਾਲ ਉਸ ਦਾ ਰਾਜ਼ੀਨਾਮਾ ਹੋ ਜਾਂਦਾ 10,40,000 ਰੁਪਏ ਦੇ ਵਿੱਚ। ਮੈਂ ਆਪਣੀ ਸਕਰੀਨ ਤੇ ਜਿਹੜਾ ਉਹ ਰਾਜ਼ੀਨਾਮਾ ਹੋਇਆ ਸੀ ਉਹ ਨਾਲੋਂ ਨਾਲ ਪੇਪਰ ਵੀ ਚਲਾ ਰਿਹਾ, ਜਿਸ ਦੇ ਵਿੱਚ ਔਰਤ ਦੀਆਂ ਤਸਵੀਰਾਂ ਵੀ ਚਲਾ ਰਿਹਾ, ਜਿਸ ਦੇ ਵਿੱਚ 10,40,000 ਰੁਪਇਆ ਉਸ ਦੀ ਝੋਲੀ ਵਿੱਚ ਪਾਇਆ ਗਿਆ ਅਤੇ ਉਸ ਬਜ਼ੁਰਗ ਦਾ ਖਹਿੜਾ ਛਡਾਇਆ ਗਿਆ। ਖਹਿੜਾ ਛਡਾਉਣ ਤੋਂ ਬਾਅਦ ਇੱਕ ਤਲਾਕਨਾਮਾ ਵੀ ਹੁੰਦਾ ਕਿ 65 ਸਾਲ ਬਜ਼ੁਰਗ ਦਾ ਤਲਾਕਨਾਮਾ ਹੋਇਆ। ਪਰ ਜਦੋਂ ਬਜ਼ੁਰਗ ਨੂੰ ਜ਼ਿਆਦਾ ਕਾਮ ਬਾਸਨਾ ਨੇ ਹੋਰ ਉਹਦੇ 'ਤੇ ਘੇਰਾ ਪਾ ਲਿਆ ਤਾਂ ਉਹ ਬਜ਼ੁਰਗ ਫਿਰ ਪੈਸੇ ਵੀ ਲੁਟਾ ਦਿੱਤੇ, ਤਲਾਕਨਾਮਾ ਵੀ ਹੋ ਗਿਆ। ਬਾਅਦ ਦੇ ਵਿੱਚ ਫਿਰ ਉਸ ਔਰਤ ਕੋਲੇ ਰਹਿਣ ਲੱਗ ਪਿਆ ਕਿ ਰਹਿ ਕੇ ਇਸ ਤੋਂ ਬਾਅਦ ਜਿਹੜੇ ਉਸ ਦੇ ਪੁੱਤਰ ਸੀ, ਜਿਹੜੇ ਪਹਿਲਾਂ ਪਤਨੀ ਦੇ ਸੀ, ਜਿਸ ਨੂੰ ਉਸਨੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਲਏ ਸੀ, ਅਤੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਕਰਨ ਤੋਂ ਬਾਅਦ ਕਾਮ ਬਾਸਨਾ ਜਦੋਂ ਸਿਰ 'ਤੇ ਚੜ੍ਹ ਜਾਂਦੀ ਹੈ ਤਾਂ ਬੰਦਾ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ। ਇਸ ਵੀਡੀਓ ਵਿੱਚ ਤੁਹਾਨੂੰ ਦਿਖਾਈ ਜ਼ਰੂਰ ਦਵਾਊਗਾ। ਇਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਜਿਹੜੇ ਪੁੱਤਰ ਸੀ ਉਹਨਾਂ ਦੀ ਜਿਹੜੀ ਜਾਇਦਾਦ ਦੀ ਉਸ ਦੇ ਨਾਲ ਡਿਸਪਿਊਟ ਹੋ ਜਾਂਦਾ, ਤੇ ਹੁਣ ਇਹ ਹੋਇਆ ਕਿ ਜਿਹੜੀ ਪਹਿਲੀ ਪਤਨੀ ਦੇ ਪੁੱਤਰ ਸੀ, ਜਿਹੜੀ ਉਹ ਪਤਨੀ ਪੂਰੀ ਹੋਈ ਸੀ, ਉਹਦੇ ਪੁੱਤਰਾਂ ਨੂੰ ਹੁਣ ਘਰੋਂ ਕੱਢਣ ਦੀ ਨੌਬਤ ਆ ਗਈ। ਉਹ ਵਿਚਾਰਿਆਂ ਨੇ ਅੱਜ ਸਾਡੇ ਚੈਨਲ ਰਾਹੀਂ ਆਪਣੀ ਜਿਹੜੀ ਇਨਸਾਫ ਦੀ ਗੁਹਾਰ ਲਾਈ ਕਿ ਉਹਨਾਂ ਨੂੰ ਕਿਤੋਂ ਨਾ ਕਿਤੋਂ ਪੋਲੀਟੀਕਲ ਪ੍ਰੈਸ਼ਰ ਜਾਂ ਪ੍ਰਸ਼ਾਸਨ ਦਾ ਪ੍ਰੋਸੈਸਰ ਪਾ ਕੇ ਉਹਨਾਂ ਨੂੰ ਘਰੋਂ ਕੱਢਣ ਦੀ ਨੌਬਤ ਆਈ ਪਈ ਕਿ ਘਰ ਛੱਡ ਜਾਣ। ਕਿਉਂਕਿ ਜਦੋਂ ਉਹ ਬਜ਼ੁਰਗ ਉੱਥੇ ਭੈਣੀ ਰਾਈਆਂ ਰਹਿੰਦਾ ਸੀ ਤਾਂ ਉੱਥੋਂ ਆਪਣੇ ਪੁੱਤ ਦਾ ਜਿਹੜਾ ਹਿੱਸਾ ਸੀ ਉਹ ਵੇਚ ਕੇ ਇਹਨਾਂ ਨੇ ਜਗਰਾਉਂ ਆ ਕੇ ਰਹਿਣ ਲੱਗ ਗਿਆ, ਅਤੇ ਜਗਰਾਉਂ ਆ ਕੇ ਰਹਿਣ 'ਤੇ ਉਹਨੇ ਆਪਣਾ ਜਿਹੜਾ ਮਕਾਨ ਸੀ ਉਹ ਆਪਣੇ ਨਾਮ ਕਰਵਾ ਲਿਆ। ਹੁਣ ਇਹਨਾਂ ਨੂੰ ਉਹ ਬੱਚਿਆਂ ਨੂੰ ਇਹ ਮਕਾਨ ਦੇਣਾ ਚਾਹੁੰਦਾ ਜਿਹੜੇ ਦੂਸਰੀ ਪਤਨੀ ਸੀ, ਜਿਹੜੀ ਪਿੱਛੋਂ ਨਾਲ ਲੈ ਕੇ ਆਈ ਸੀ, ਪਰ ਇਹਨਾਂ ਨੂੰ ਘਰੋਂ ਕੱਢ ਲਿਆ। ਅਸੀਂ ਪੂਰੀ ਘਟਨਾ ਵਾਸਤੇ
ਬਾਈ ਨਾਲ ਗੱਲਬਾਤ ਵੀ ਕਰਾਂਗੇ, ਉਹਨਾਂ ਦੀ ਪਤਨੀ ਨਾਲ ਵੀ ਗੱਲਬਾਤ ਕਰਾਂਗੇ। ਬਾਈ ਦੇ 2 ਗੁੱਡੀਆਂ ਤੇ 1 ਬੱਚਾ ਵਾ, ਜਿਹੜੇ ਬਾਈ ਨਾਲ ਜਾਂਦੇ ਆ ਦਿਹਾੜੀ ਕਰਨ, ਤੇ ਦਿਹਾੜੀ ਕਰਨ ਤੋਂ ਬਾਅਦ ਇਹ ਰਾਤ ਨੂੰ 9 ਵਜੇ ਹੀ ਦਿਹਾੜੀ ਕਰਨ ਤੋਂ ਬਾਅਦ ਆਪਣੇ ਬੱਚੇ ਇੱਥੇ ਲੈ ਕੇ ਆਂਦਾ। ਬਾਈ ਦੀ ਆਹ ਹਾਲਤ ਆ। ਤੇ ਤੁਹਾਨੂੰ ਦੱਸ ਦਈਏ ਜਿਹੜਾ ਬਜ਼ੁਰਗ ਆ ਉਹ ਇੱਕ ਪੈਨਸ਼ਨ ਰਿਟਾਇਰ ਆ। ਇੱਕ ਪੈਨਸ਼ਨ ਰਿਟਾਇਰ ਬੰਦੇ ਦੇ ਜੇਕਰ ਆਪਦੇ ਜਿਹੜੇ ਬੱਚੇ ਸੀ ਜਿਨ੍ਹਾਂ ਨਾਲ ਉਹਨਾਂ ਨੇ ਮੈਰਿਜ ਕਰਵਾਈ ਸੀ, ਉਹ ਦਿਹਾੜੀਆਂ ਲਾ ਰਹੇ ਆ, ਤੇ ਜਿਹੜੇ ਪਿੱਛੋਂ ਉਸ ਔਰਤ ਨਾਲ ਬੱਚੇ ਆਏ ਸੀ ਉਹ ਉਹਦੇ ਪੈਸਿਆਂ ਤੇ ਬੁੱਲੇ ਲੁਟਾ ਰਹੇ ਆ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ ਆਪਣਾ? ਹਰਪਾਲ ਸਿੰਘ। ਹਰਪਾਲ ਸਿੰਘ ਜੀ, ਕਿੱਥੋਂ ਦੇ ਰਹਿਣ ਵਾਲੇ? ਤੁਹਾਡਾ ਅਸਲੀ ਪਿੰਡ ਕਿਹੜਾ? ਪਿੰਡ ਭੈਣੀ ਰਾਈਆਂ ਜੀ। ਹੁਣ ਹਾਲ ਵਾਸੀ ਤੁਸੀਂ ਕਿੱਥੇ ਰਹਿ ਰਹੇ ਹੋ? ਹੁਣ ਕੋਠੇ ਸ਼ੇਰ ਜੰਗ ਰਹੇ ਜੀ। ਕੀ ਡਿਸਪਿਊਟ ਸੀ ਤੁਹਾਡਾ ਜਿਹੜਾ ਅੱਜ ਪਿਓ ਦੇ ਵਿਰੁੱਧ ਤੁਸੀਂ ਕੈਮਰੇ ਅੱਗੇ ਆ ਕੇ ਆਪਣੇ ਦੁੱਖ ਰੋ ਰਹੇ ਹੋ? ਜੀ ਸਾਡਾ ਪਿਓ ਆ, ਸਾਡਾ ਇਹ 1.5 ਸਾਲ ਹੋ ਗਿਆ ਪਹਿਲਾਂ ਉੱਥੇ ਚਲਿਆ ਗਿਆ, ਉੱਥੋਂ ਜਾ ਕੇ ਚਲਿਆ ਗਿਆ ਭੈਣੀ ਰਾਈਆਂ ਜੀ। ਜੀ, ਉਹ ਜਨਾਨੀ ਨਾਲ ਅਣਬਣ ਹੋ ਗਈ, ਪਤਾ ਨਹੀਂ ਕੀ ਚੱਕਰ ਪੈ ਗਿਆ, ਉੱਥੇ ਉਹ ਲੈ ਸਾਡੇ ਗਿਆ। ਦਰਸ਼ਕਾਂ ਨੂੰ ਮਾੜੀ ਜੀ ਜਾਣਕਾਰੀ ਡਿਟੇਲ ਨਾਲ ਸਮਝਾ। ਚਲੋ, ਤੁਹਾਡੇ ਪਿਤਾ ਦੇ 2 ਵਿਆਹ ਹੋਏ ਸੀ, 2 ਵਿਆਹ ਹੋਏ ਸੀਗੇ ਜੀ। ਤੁਸੀਂ ਕਿਸ ਦੇ ਬੱਚੇ ਹੋ? ਅਸੀਂ ਪਹਿਲੀ ਪਤਨੀ ਦੇ ਸੀ ਉਸ ਦੇ। ਜਿਸ ਤਰ੍ਹਾਂ ਸਿੰਘ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਕਰਵਾਇਆ। ਹਾਂਜੀ ਹਾਂਜੀ, ਉਸ ਦੀ ਡੈਥ ਹੋ ਗਈ 2006 ਦੇ ਵਿੱਚ ਜੀ। 2000 ਉਦੋਂ ਤੁਸੀਂ ਮੈਰਿਜ ਤੁਹਾਡੀ ਹੋ ਚੁੱਕੀ ਸੀ? ਹਾਂਜੀ। ਕਿੰਨੇ ਭੈਣ ਭਰਾ ਤੁਸੀਂ? ਅਸੀਂ 3 ਭਰਾ ਜੀ, 1 ਭੈਣ ਆ ਸਾਡੀ। 4। ਹਾਂਜੀ ਇਸ ਤੋਂ ਬਾਅਦ ਤੁਹਾਡੀ ਮੈਰਿਜ ਹੋਣ ਤੋਂ ਬਾਅਦ ਉਸ ਬਜ਼ੁਰਗ ਨੇ, ਤੁਹਾਡੇ ਪਿਤਾ ਨੇ ਵਿਆਹ ਕਰਵਾ ਲਿਆ ਹੋਰ? ਹਾਂਜੀ, ਉਹਨਾਂ ਨੇ ਵਿਆਹ ਕਰਵਾ ਲਿਆ ਸੀਗਾ ਜੀ। ਫਿਰ ਕੋਠੇ ਸ਼ੇਰ ਜੰਗ ਇੱਥੇ ਰਹਿਣ ਲੱਗ ਗਿਆ। ਉਸ ਤੋਂ ਬਾਅਦ ਸਾਡੀ ਉਹਦੇ ਬੱਚੇ ਕਿੰਨੇ ਆ ਜਿਹੜਾ ਮੈਰਿਜ ਹੋਈ ਸੀ? ਉਸ ਦੇ 2 ਲੜਕੀਆਂ, ਇੱਕ ਲੜਕਾ ਜੀ। ਇਹਦੇ ਤੁਹਾਡੇ ਬਜ਼ੁਰਗ ਦੇ ਆ ਕਿ ਗਾਂ ਪਿੱਛੋਂ ਲੈ ਕੇ ਆਏ? ਉਹ ਪਿੱਛੋਂ ਲੈ ਕੇ ਆਈ ਹੈ ਜੀ। 3 ਬੱਚੇ ਉਹ ਪਿੱਛੋਂ ਲੈ ਕੇ ਆਏ? ਹਾਂਜੀ। ਜੀ, ਫਿਰ ਕੀ ਹੋਇਆ? ਫਿਰ ਕੀ, ਜਦੋਂ ਸਾਡੇ ਪਿਓ ਨੇ ਉੱਥੇ ਵਿਆਹ ਕਰਾਇਆ ਜੀ, ਸਾਡੇ ਜਿਹੜੀਆਂ ਨੌਹਾਂ ਦੇ ਹਾਰ ਸੀ ਉਹ ਵੀ ਲੈ ਆਇਆ, ਜੀ। ਕੁਝ ਪੈਸੇ ਸੀਗੇ ਤੇ ਉਹ ਵੀ ਇੱਥੇ ਲੈ ਆਇਆ, ਟਰਾਲੀ ਵੇਚ ਆਇਆ, ਟਰੈਕਟਰ ਕੱਲਾ ਛੱਡਿਆ ਹੈ ਜੀ ਉੱਥੇ। ਜੀ। ਉਸ ਤੋਂ ਬਾਅਦ ਇੱਥੇ ਆ ਗਿਆ, ਇੱਥੇ ਉਹਦੇ ਨਾਲ ਰਹਿਣ ਲੱਗ ਗਿਆ। ਫਿਰ ਸਾਨੂੰ ਧਮਕੀਆਂ ਦਿੰਦਾ ਰਿਹਾ। ਫਿਰ ਇਹ ਔਰਤ ਨਾਲ ਅਣਬਣ ਹੋ ਗਈ ਜੀ। ਫਿਰ ਸਾਨੂੰ ਉੱਥੇ ਚਲਿਆ ਗਿਆ। ਅਸੀਂ ਜੀ ਖੇਤੀ ਕਰਦੇ ਸੀਗੇ, ਸਾਨੂੰ ਉੱਥੇ ਲੈ ਗਿਆ। ਉੱਥੋਂ ਕਹਿੰਦਾ ਵੀ ਮੇਰੇ ਨਾਲ ਚੱਲੋ। ਸਾਨੂੰ ਧੱਕੇ ਨਾਲ ਉੱਥੋਂ ਲੈ ਆਇਆ। ਸਾਡੀ ਕੁਛ ਜ਼ਮੀਨ ਵੀ ਸੀਗੀ, ਉਹ ਵੀ ਥੋੜੀ ਜਿਹੀ ਵੇਚ ਕੇ ਉਹ ਜਿਹੜੀ ਜਨਾਨੀ ਸੀ ਉਸ ਨੂੰ 10,40,000 ਰੁਪਇਆ ਦਿੱਤਾ ਤੇ 5 ਲੱਖ ਰੁਪਇਆ ਅਸੀਂ ਦਿੱਤਾ ਸੀਗਾ ਉਹਦੇ ਵਿੱਚ ਜੀ। ਤੇ ਉਸ ਤੋਂ ਬਾਅਦ ਇੱਥੇ ਲੈ ਆਇਆ। ਨਹੀਂ, ਜਿਹੜੀ ਤੁਹਾਡਾ ਉੱਥੇ ਹਿੱਸਾ ਬਣਦਾ ਸੀ ਭੈਣੀ ਰਾਈਆਂ, ਉਹ ਸਾਰਾ ਵੇਚ ਕੇ ਤੁਹਾਨੂੰ ਇੱਥੇ ਲਿਆਇਆ? ਹਾਂਜੀ ਹਾਂਜੀ ਜੀ। ਉਹ ਵੇਚ ਕੇ ਇੱਥੇ ਲੈ ਉਹ ਆਇਆ। ਜਨਾਨੀ ਨੂੰ ਤੁਸੀਂ ਕਾਹਦੇ ਪੈਸੇ ਦਿੱਤੇ ਸੀ? ਉਹ ਤਲਾਕਨਾਮਾ ਲਿਆ ਸੀਗਾ ਜੀ ਉਸ ਨਾਲ। ਰੌਲਾ ਪੈ ਗਿਆ ਸੀ ਇਹਨਾਂ ਦਾ? ਰੌਲਾ ਪੈ ਗਿਆ ਸੀ, ਨਜਾਇਜ਼ ਹੀ ਰੱਖੀ ਹੋਈ ਸੀਗੀ ਜੀ। ਇਹਦੇ ਡੈਡੀ ਦੇ ਸਾਡੇ ਦੇ ਸਾਈਨ ਵੀ ਆ, ਰਿਪੋਰਟ ਵੀ ਦਿੱਤੀ ਹੋਈ ਹੈ ਜੀ ਥਾਣੇ ਵੀ ਮੈਂ ਕੱਪੜੇ ਧੋਣ ਨੂੰ ਰੱਖੀ ਆ। ਸਾਨੂੰ ਕੁਛ ਦੱਸਦਾ ਨਹੀਂ ਸੀਗਾ ਜੀ। ਅੱਛਾ ਜੀ। ਤੇ ਐਂ ਧੱਕਾ ਕਰ ਰਿਹਾ ਸਾਡੇ ਨਾਲ। ਮੇਰੇ 2 ਗੁੱਡੀਆਂ ਵਾ ਜੀ, ਤੇ ਮੈਨੂੰ ਕਹਿੰਦਾ ਵੀ ਇੱਥੋਂ ਘਰੋਂ ਬਾਹਰ ਨਿਕਲ। ਕਾਹਤੋਂ ਕਹਿ ਰਿਹਾ? ਕਾਰਨ ਕੀ ਆ? ਕਾਰਨ ਜੀ ਕਾਮ ਵਾਸਨਾ। ਉਹਨੂੰ ਉਹ ਹੁਣ ਉਸੇ ਜਨਾਨੀ ਨਾਲ ਹੀ ਰਹਿਣਾ ਚਾਹੁੰਦਾ ਵਾ, ਜਿਹਨੂੰ ਪਹਿਲਾਂ 10,40,000 ਦੇ ਕੇ ਰਾਜੀਨਾਮਾ ਕਰਾਇਆ। ਹਾਂਜੀ, ਹੁਣ ਫਿਰ ਉਸੇ ਨਾਲ ਹੀ ਹੁਣ ਰਹਿਣ ਨੂੰ ਫਿਰਦਾ ਜੀ। ਤੇ ਮੇਰੇ 2 ਬੱਚੇ ਆ ਜੀ। ਠੰਡ ਦਾ ਮੌਸਮ ਆ, ਮੈਂ ਇੱਥੋਂ ਪਹਿਲਾਂ ਭੈਣੀ ਪੜਾਉਣ ਲਿਜਾਣਾ ਜੀ ਗੁੱਡੀਆਂ ਨੂੰ। ਇਹਨਾਂ ਨੂੰ ਗੁੱਡੀਆਂ ਨੂੰ ਛੱਡ ਕੇ ਉਸ ਤੋਂ ਬਾਅਦ ਮੈਂ ਦਿਹਾੜੀ ਲਾਉਣਾ। ਫਿਰ ਮੈਂ ਆਪਦੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਜੀ। ਰਾਤ ਨੂੰ 8 ਵੱਜ ਜਾਂਦੇ ਆ ਜੀ ਮੈਨੂੰ। ਅੱਛਾ ਜੀ। ਤੇ ਹੁਣ ਤੁਹਾਡਾ ਜਿਹੜਾ ਫਾਦਰ ਸਾਹਿਬ ਆ, ਤੁਹਾਡੇ ਪਿਤਾ ਜੀ ਸੀ, ਕਿਹੜੇ ਮਹਿਕਮੇ ਚੋਂ ਰਿਟਾਇਰ ਹੋਏ? ਬਿਜਲੀ ਮਹਿਕਮੇ ਚੋਂ ਰਿਟਾਇਰ ਹੋਏ ਸੀਗੇ ਜੀ। ਜਿਹੜੇ ਪੈਸੇ ਪੂਸੇ ਮਿਲੇ ਸੀ ਉਹ ਕਿੱਥੇ ਕੰਮ ਕਰਦੇ? ਉਹ ਜਨਾਨੀ ਨੇ ਖਾ ਲਿਆ ਜੀ। ਉਹਨੂੰ ਇੱਕ ਨੌਕਰੀ ਤੇ ਲਵਾਤਾ ਉਹਦੀ ਗੁੱਡੀ ਨੂੰ, ਤੇ ਕੁਛ ਉਹਨਾਂ ਦੇ ਬੱਚਿਆਂ ਦੇ ਵਿਆਹ ਕਰਤੇ। ਸਾਡਾ ਸੋਨਾ ਵੀ ਲੈ ਗਿਆ ਜੀ। ਕਹਿੰਦੇ ਨੇ ਕਿ ਠੋਕਰ ਖਾ ਕੇ ਬੰਦਾ ਬਣ ਜਾਂਦਾ, ਪਰ ਜੇ ਠੋਕਰਾਂ ਖਾ ਬੰਦਾ ਫਿਰ ਉੱਥੇ ਹੀ ਜਾ ਡਿੱਗਦਾ, ਤਾਂ ਫਿਰ ਇਹ ਠੋਕਰਾਂ ਨਹੀਂ, ਇਹ ਤਾਂ ਕਾਮ ਵਾਸਨਾ ਨੇ ਘੇਰਿਆ ਹੋਇਆ ਲੱਗਦਾ ਵਾ। ਇਸ ਤੋਂ ਬਾਅਦ ਕੀ ਗੱਲ ਹੁੰਦੀ ਹੈ ਜੀ? ਇਸ ਤੋਂ ਬਾਅਦ ਹੁਣ ਥਾਣੇ ਰਿਪੋਰਟ ਦਿੱਤੀ ਹੈ ਜੀ। ਧੱਕੇ ਨਾਲ ਸਾਨੂੰ ਧਮਕੀਆਂ ਵੀ ਦਿੰਦਾ ਜੀ। ਉਹਦਾ ਮੁੰਡਾ ਵਾ, ਜਿਹੜੀ ਉਹ ਜਨਾਨੀ ਦਾ ਮੁੰਡਾ, ਉਹ ਵੀ ਸਾਨੂੰ ਰਸਤੇ ਦੇ ਵਿੱਚ ਧਮਕੀਆਂ ਦਿੰਦਾ। ਮੇਰੇ 2 ਬੱਚੀਆਂ ਜੀ, ਕੋਈ ਗੱਲਬਾਤ ਹੋ ਗਈ, ਮੈਂ ਕੌਣ ਜ਼ਿੰਮੇਦਾਰ ਆ ਜੀ? ਮੈਂ ਇੱਥੇ ਇਕੱਲਾ ਰਹਿ ਰਿਹਾ। ਮੇਰੇ 2 ਭਰਾ ਵਾ, ਉਹ ਪਿੰਡ ਰਹਿੰਦੇ ਆ। ਤੁਹਾਡੇ ਜਿਹੜੇ ਭਰਾ ਵਾ ਉਹ ਵੀ ਤੁਹਾਡੇ ਨਾਲ ਸਹਿਮਤ ਆ? ਹਾਂਜੀ, ਉਹ ਮੇਰੇ ਨਾਲ ਸਹਿਮਤ ਆ ਜੀ। ਜੀ। ਜੇਕਰ ਉਹ ਕੈਮਰੇ ਅੱਗੇ ਕਹੀਏ ਤਾਂ ਆ ਸਕਦੇ? ਹਾਂਜੀ, ਉਹ ਆਉਣਗੇ, ਪੱਕਾ ਆਉਣਗੇ। ਤੁਹਾਡੀ ਭੈਣ ਆ, ਉਹ ਕਿਹਦੇ ਹੱਕ ਚ? ਭੈਣ ਉਹ ਵੀ ਆ ਜੂਗੀ, ਸਾਡੇ ਹੱਕ 'ਚ ਹੀ ਆ ਜੀ। ਤੁਸੀਂ ਸਾਰੇ ਭੈਣ ਭਰਾਵਾਂ ਨਾਲ ਇੱਕ ਪਿਓ ਨੇ ਜਿਹੜੀ ਦੂਸਰੀ ਪਾਸੇ? ਸਾਨੂੰ ਭੈਣਾਂ ਭਰਾਵਾਂ ਨੂੰ ਲੜਾ ਹੀ ਜਾਂਦਾ ਜੀ ਇੱਕ ਦੂਜੇ ਨਾਲ। ਫਰਕ ਵੀ ਪਾਤਾ ਸੀ ਇਹਨੇ ਹੁਣ, ਪਰ ਅਸੀਂ ਤਿੰਨੇ ਭੈਣ ਭਰਾ ਸਾਰੇ ਇਕੱਠੇ ਹੋ ਗਏ ਆ ਜੀ। ਤੁਸੀਂ ਦਿਹਾੜੀਆਂ ਲਾਉਨੇ ਹੋ, ਜਿਹੜੀ ਦੂਸਰੀ ਔਰਤ ਉਹਨੇ ਰੱਖੀ ਉਹਦੇ ਬੱਚੇ ਕੀ ਕਰਦੇ? ਉਹ ਵੀ ਦਿਹਾੜੀਆਂ ਲਾਉਂਦੇ? ਨਹੀਂ ਜੀ, ਉਹ ਤਾਂ ਐਸ਼ ਕਰਦੇ ਆ ਜੀ ਇਹਦੇ ਪੈਸੇ ਤੇ ਹੀ? ਹਾਂਜੀ। ਅੱਛਾ, ਤੇ ਤੁਹਾਨੂੰ ਇਸ ਘਰ ਦੇ ਵਿੱਚੋਂ ਕੱਢਣ ਦਾ ਕਾਰਨ ਇਹੀ ਹੈ ਵੀ ਤੁਹਾਡੇ ਕੋਲੇ ਰਹਿਣਾ ਚਾਹੁੰਦਾ ਜਾਂ ਕਿਤੇ ਹੋਰ ਰਹਿਣਾ ਚਾਹੁੰਦਾ? ਉਹ ਜਨਾਨੀ ਨੂੰ ਇੱਥੇ ਲਿਆਉਣਾ ਚਾਹੁੰਦਾ ਜੀ। ਅੱਛਾ, ਤੁਸੀਂ ਕਹਿੰਦੇ ਵੀ ਨਹੀਂ? ਨਹੀਂ ਜੀ, ਅਸੀਂ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਜੀ। ਸਾਡੀ ਜਿਹੜੀ ਜ਼ਮੀਨ ਆ ਭੋਰ ਕੇ ਖਾਈ ਜਾਂਦਾ ਜੀ।
ਅੱਛਾ ਜੀ, ਉਹ ਜਨਾਨੀ ਦੇ ਪਿੱਛੇ। ਹਾਂਜੀ ਹਾਂ, ਉਹ ਜਨਾਨੀ ਪਿੱਛੇ ਜੀ। ਜੀ, ਅਸੀਂ ਭੈਣ ਜੀ ਨਾਲ ਵੀ ਗੱਲਬਾਤ। ਹਾਂਜੀ ਭੈਣ ਜੀ। ਕਾਰਨ ਕਹਿੰਦਾ ਤੁਸੀਂ ਜਾਓ, ਮੈਂ ਕੋਠੀ ਇੱਥੇ ਆਪਦੀ ਘਰ ਵਾਲੀ ਦੁਬਾਰਾ ਫੇਰ ਲਿਆਉਣੀ। ਅਸੀਂ ਕਿਹਾ ਵੀ ਇੱਕ ਕੋਠੀ ਤਾਂ ਉਹਨੂੰ ਪਹਿਲਾਂ ਹੀ ਤੂੰ ਪਾਤੀ 10 ਲੱਖ ਭਰ ਕੇ, ਤੇ ਹੁਣ ਅਸੀਂ ਕਿੱਧਰ ਨੂੰ ਜਾਈਏ? ਸਾਡੇ ਕੋਲੇ ਕੀ ਦਿਹਾੜੀਦਾਰ, ਅਸੀਂ ਕਿੱਥੋਂ ਘਰ ਪਾ ਲਾਂਗੇ? ਜੀ, ਭੈਣੀ ਬਾਈ ਨੇ ਸਾਨੂੰ ਦੱਸਿਆ ਕਿ ਜਿਵੇਂ ਬਾਈ ਦਿਹਾੜੀਆਂ ਲਾਉਂਦਾ, ਹਾਂਜੀ ਬਾਈ ਆਪਣੀਆਂ ਬੇਟੀਆਂ ਵੀ ਪੜਾਉਂਦਾ, ਉਸੇ ਉੱਤੇ ਲੈ ਕੇ ਜਾਂਦਾ। ਹਾਂਜੀ। ਉਹਦੇ ਬੱਚੇ ਕੀ ਕਰਦੇ ਆ? ਉਹਦੇ ਬੱਚੇ ਇੱਕ ਤਾਂ ਬੇਟੀ ਪੁਲਿਸ 'ਚ ਆ, ਦੋਨੇ ਬੇਟੀਆਂ ਉਹਦੀਆਂ ਵਿਆਹਤੀਆਂ, ਮੁੰਡਾ ਪੜਾਤਾ ਲਿਖਾਤਾ, ਤੇ ਆਪਦੇ ਬੱਚੇ ਧੱਕੇ ਖਾਂਦੇ ਆ। ਤੇ ਛੋਟਾ ਵੀ ਇਦੂ ਦਿਹਾੜੀ ਲਾਉਂਦਾ ਵਾ, ਜਿਹੜਾ ਵੱਡਾ ਮੋਟਰਸਾਈਕਲਾਂ ਦਾ, ਉਹ ਵੀ ਵਿਚਾਰਾ ਦਿਹਾੜੀ ਵਾਲਾ ਹੀ ਕੰਮ ਕਰਦਾ। ਜਿਹੜੀ ਇਹ ਜਗ੍ਹਾ ਵਾ ਜਿਸ ਦਾ ਹੁਣ ਰੌਲਾ ਕਹਿੰਦਾ ਮੇਰਾ, ਹਾਂਜੀ, ਉਹ ਕਿਹਦੇ ਨਾਮ ਤੇ ਆ? ਉਹ ਡੈਡੀ ਦੇ ਹੀ ਨਾਂ ਤੇ ਆ ਵੀਰ ਜੀ। ਉੱਥੋਂ ਪਹਿਲਾਂ ਪੈਲੀ ਵੇਚ ਲਈ ਇਹਨਾਂ ਨੇ, ਜੱਦੀ ਦਾਦਾ ਜੀ ਵਾਲੀ ਵੇਚ ਕੇ, ਤੇ ਉਹਦਾ ਇਹਨੇ ਘਰ ਘੁਰ ਲੈ ਲਿਆ। ਹੁਣ ਕਹਿੰਦਾ ਕਿ ਮੈਂ ਤਾਂ ਆਪਦੀ ਕਮਾਈ ਤੇ ਲਿਆ, ਤੁਸੀਂ ਜਾਓ। ਅੱਛਾ ਜੀ। ਉੱਥੇ ਸਾਨੂੰ 2 ਵੈਸਬੇ ਥਾਂ। ਜਿਹੜਾ ਜੱਦੀ ਜਾਇਦਾਦ ਸੀ, ਭੈਣੀ ਰਾਈਆਂ ਜਾਇਦਾਦ ਸੀ, ਉਹ ਹਾਂਜੀ। ਉੱਥੋਂ ਵੇਚਤੀ। ਹਾਂਜੀ, ਦਾਦੇ ਲਗਾਉ। ਜੀ, ਹੁਣ ਜੇ ਤੁਹਾਨੂੰ ਕੱਢ ਦਿੱਤਾ ਜਾਂਦਾ, ਮੰਨ ਲਓ ਇੱਕ ਐਗਜ਼ਾਮਪਲ ਫॉर ਕਹਾਣੀ ਪਾ ਰਿਹਾ, ਹਾਂਜੀ। ਤੇ ਫਿਰ ਤੁਸੀਂ ਰਹਿਣ ਦਾ ਕਿਸੇ ਬਸੇਰਾ, ਕਿਉਂਕਿ ਉੱਥੇ ਵੀ ਤੁਸੀਂ ਜਾ ਨਹੀਂ ਸਕਦੇ। ਹਾਂਜੀ, ਉੱਥੇ ਹੁਣ ਜਿੱਥੇ ਜਿਹੜਾ ਸਾਡਾ ਛੋਟੇ ਨੂੰ ਅਸੀਂ ਛੱਡ ਕੇ ਆਏ ਸੀ, ਅਸੀਂ ਕਿਹਾ ਵੀ ਇੱਥੇ ਤੂੰ ਰਹਿ ਲਾ, ਵੀ ਚੱਲ ਇੱਥੇ ਅਸੀਂ ਆ ਜਾਂਦੇ। ਤੁਹਾਨੂੰ ਦਿਖਾਇਆ ਹੀ ਅਸੀਂ ਵੀ ਉਹਨਾਂ ਨੂੰ ਪੈਲੀ ਵੱਧ ਛੱਡਤੀ ਸੀ, ਵੀ ਅਸੀਂ ਭਾਈ ਇੱਥੇ ਰਹਿ ਪਾਂਗੇ, ਚੱਲ ਤੁਸੀਂ ਆਪਣਾ ਭਰਾਵਾਂ ਵੱਟੀ ਵੰਡ ਹੋ ਗਈ ਸੀ। ਜੀ। ਹੁਣ ਇਹਨਾਂ ਨੇ ਫੇਰ ਰੌਲਾ ਪਾ ਕੇ ਕਹਿੰਦਾ ਮੈਂ ਤਾਂ ਲਿਆਉਣੀ, ਮੇਰੀ ਤਾਂ ਸੁਲਾਹ ਹੋ ਗਈ ਭਾਈ। ਤੁਸੀਂ ਮੈਨੂੰ ਦੱਸਣਾ ਵੀ 10,40,000 ਆਪਾਂ ਕਾਹਤੋਂ ਦਿੱਤਾ ਜੇ ਲਿਆਉਣੀ ਹੈ? ਵੀਰ ਜੀ ਸੁਣਦਾ ਕਿੱਥੇ ਆ? ਥਾਣੇ 'ਚ ਕੱਲ ਧਮਕੀਆਂ ਦਵੇ, ਕਹਿੰਦਾ ਮੈਂ ਮਰ ਜਾਣਾ ਵਾ ਤੇ ਤੁਹਾਨੂੰ ਬਣਾ ਦੇਣਾ ਵਾ, ਜਾਂ ਮੈਨੂੰ ਮਾਰ ਦਿਓ। ਅੱਛਾ ਜੀ। ਹਾਂਜੀ, ਪਹਿਲਾਂ ਚੋਰੀ ਪੈਸੇ ਪੂਹੇ ਦਿੰਦਾ ਰਿਹਾ। ਇਹਨਾਂ ਨੇ ਕਿਹਾ, ਕਹਿੰਦਾ ਵੀ ਤੂੰ ਕਾਹਤੋਂ ਦਿੰਦਾ, ਵੀ ਮੇਰੇ ਤਾਂ ਬੱਚਿਆਂ ਨੂੰ ਤੂੰ ਦਿੰਦਾ ਨਹੀਂ ਕੁਛ। ਆ ਬੇਟਾ ਇੱਕ ਬੈੱਡ ਤੇ ਬਹਿ ਗਿਆ ਤੇ ਲੱਤ ਮਾਰ ਕੇ ਸਿੱਟਦਾ, ਕਹਿੰਦਾ ਉੱਠ ਮੇਰਾ ਬੈੱਡ ਆ ਇਹ। ਹਾਂ, ਮੇਰੀ ਗੁੱਡੀ, ਇਹਨੇ ਪਸ਼ੂ ਰੱਖੇ ਹੋਏ ਸੀਗੇ ਜੀ, ਤੇ ਮੇਰੀ ਗੁੱਡੀ ਨੇ ਕਦੇ ਪਸ਼ੂਆਂ ਦਾ ਕੰਮ ਨਹੀਂ ਕੀਤਾ। ਇਹ ਕਿਤੇ ਕੜਾਈਏ ਦੇ ਵਿੱਚ ਇਹ ਤੋਂ ਗੋਹਾ ਪਵਾਉਣ ਲੱਗ ਗਿਆ ਜੀ। ਇਹ ਤੋਂ ਕਿਤੇ ਨਹੀਂ ਪਾਇਆ, ਇਹਨਾਂ ਨੇ ਨਹੀਂ ਕੰਮ ਕੀਤਾ ਬੱਚਿਆਂ ਨੇ। ਇਹਦੇ ਜੀ ਫੋੜਾ ਮਾਰਿਆ ਇਹਦੀ ਬਾਂਹ ਤੇ, ਇਹਦੇ ਬਾਂਹ ਫਿਰ ਸੁੱਜ ਗਈ, ਫਿਰ ਇਸ ਦਾ ਇਲਾਜ ਕਰਾਇਆ ਜੀ। ਬੱਚਾ ਕਿਵੇਂ, ਕੀ ਕਹਿੰਦੇ ਹੋ ਆਪਣੇ ਦਾਦੂ ਬਾਰੇ? ਜੀ ਦਾਦਾ ਸਾਡਾ ਘਰੇ ਨਹੀਂ ਰਹਿਣ ਦਿੰਦਾ ਜੀ। ਤੁਹਾਨੂੰ ਘਰੇ ਨਹੀਂ ਰਹਿਣ ਦਿੰਦਾ? ਜਿਹਨੂੰ ਕਾਹਤੋਂ ਨਹੀਂ ਰਹਿਣ ਦਿੰਦਾ? ਜੀ ਉਹ ਜੀ ਦਾਦੀ ਨੂੰ ਇੱਥੇ ਲਿਆਉਣਾ ਚਾਹੁੰਦਾ ਹੀ ਹੁਣ। ਅੱਛਾ ਜੀ। ਹਾਂਜੀ। ਕੀ ਕਹੋਗੇ ਤੁਸੀਂ ਆਪਣੇ ਦਾਦੂ ਬਾਰੇ? ਦਾਦੀ ਨੂੰ ਲਿਆਉਣਾ ਚਾਹੁੰਦਾ, ਸਾਨੂੰ ਘਰੋਂ ਬਾਹਰ ਕੱਢਦਾ। ਪਹਿਲਾਂ ਉੱਥੋਂ ਪੱਟ ਕੇ ਲਿਆਇਆ, ਹੁਣ ਇੱਥੋਂ ਨਹੀਂ ਰਹਿਣ ਦਿੰਦਾ। ਹੁਣ ਤੁਹਾਡਾ ਡੈਡੀ, ਜਦੋਂ ਤੁਸੀਂ ਡੈਡੀ ਨਾਲ ਸਵੇਰ ਜਾਂਦੇ ਹੋ, ਕਿੰਨੀ ਕੁ ਠੰਡ ਲੱਗਦੀ ਹੈ? ਬਹੁਤ ਠੰਡ ਲੱਗਦੀ ਹੈ ਜੀ। ਫਿਰ ਸਾਰਾ ਦਿਨ ਉੱਥੇ ਰਹਿੰਦੇ ਹੋ ਸਕੂਲ ਦੇ ਵਿੱਚ? ਸਕੂਲ ਤਾਂ 3 ਵਜੇ 2 ਵਜੇ ਛੁੱਟੀ ਹੋ ਜਾਂਦੀ, ਇਸ ਤੋਂ ਬਾਅਦ? ਫਿਰ ਜੀ ਚਾਚੇ ਤਾਏ ਕੋਲ ਹੀ ਰਹਿੰਦੇ। ਇਸ ਤੋਂ ਬਾਅਦ ਚਾਚੇ ਤਾਏ ਕੋਲੇ ਰਹਿੰਦੇ? ਹਾਂਜੀ। ਅੱਛਾ ਭੈਣ ਜੀ, ਫਿਰ ਕੀ ਗੱਲ ਹੋਈ? ਹੁਣ ਤੁਹਾਨੂੰ ਕੀ ਕਹਿ ਰਿਹਾ ਬਾਰ-ਬਾਰ? ਹੁਣ ਵੀਰ ਜੀ ਕਹਿੰਦਾ ਕਿ ਤੁਸੀਂ ਜਾਓ, ਭੈਣੀ ਜਿੱਥੇ ਛੋਟੇ ਨੂੰ ਘਰ ਛੱਡਿਆ ਸੀ, ਕਹਿੰਦਾ ਉੱਥੇ ਹੀ ਜਾਓ ਤੁਸੀਂ। ਉੱਥੇ 2 ਕਮਰੇ ਆ, ਬੱਚੇ ਮੇਰੇ ਵੀ ਜਵਾਨ ਆ, ਧੀਆਂ ਵਿਆਹੁਣਾ ਸੀ। ਇੱਕ ਕਮਰੇ 'ਚ ਅਸੀਂ ਦੋਨੇ ਬੈਠੀਆਂ ਸੀ। ਅਸੀਂ ਕਿਹਾ ਤੂੰ ਉਹਨੂੰ ਮੁੰਡੇ ਨੂੰ 10 ਲੱਖ ਦਿੱਤਾ, ਤੂੰ ਸਾਡੇ ਬਾਰੇ ਵੀ ਸੋਚ, ਵੀ ਸਾਨੂੰ ਜਾਂ ਤਾਂ ਘਰ ਪਾ ਦੇ ਅੱਡੋ ਅੱਡੀ। ਕਹਿੰਦਾ ਮੇਰੇ ਕੋਲੇ ਕੁਛ ਹੈ ਨਹੀਂ, ਮੇਰੇ ਹੱਥ ਖੜੇ ਆ। ਇੱਕ ਪਲਾਟ ਆ 3.5 ਕਨਾਲਾਂ ਆਪ ਰੱਖੀ ਫਿਰਦਾ ਹਜੇ ਹੋਰ, ਕਹਿੰਦਾ ਮੈਂ ਦੇਣਾ ਆਹ ਘਰ, ਇਹ ਵੀ ਘਰ ਮੇਰਾ ਵਾ, ਦੱਸੋ ਅਸੀਂ ਕਿੱਥੇ ਜਾਈਏ? ਅੱਛਾ ਜੀ। ਅਸੀਂ ਵੀ ਬੱਚੇ ਹੀ ਆ। ਉੱਤੋਂ ਕਹਿੰਦਾ ਕਿ ਮੇਰੇ ਕੁਛ ਨਹੀਂ ਲੱਗਦੇ ਤੁਸੀਂ, ਮੈਂ ਉਹਨੂੰ ਹੀ ਦੇਣਾ ਜੇ। ਹੁਣ ਮੇਰਾ ਫੇਰ ਸੁਲਾਹ ਹੋ ਗਈ ਤੇ ਸਾਨੂੰ ਫੇਰ ਹੁਣ ਘਰੋਂ ਕੱਢਦਾ। ਤੁਹਾਡੇ ਖਿਲਾਫ ਥਾਣੇ ਦਰਖਾਸਤ ਵੀ ਚੱਲ ਰਹੀ ਹੋਗੀ? ਹਾਂਜੀ ਹਾਂਜੀ। ਉਸ ਦੇ ਵਿੱਚ ਬੁਲਾ ਕੇ ਕੀ ਗੱਲ ਅਪਡੇਟ ਹੋ ਰਹੀ ਉਸ ਦੇ ਵਿੱਚ? ਉਹਦੇ ਵਿੱਚ ਕਹਿੰਦਾ ਕਿ ਮੇਰੇ ਤਾਂ ਬੱਚਿਆਂ ਨੇ ਮੈਨੂੰ ਕੁੱਟ ਕੇ ਕੱਢਤਾ ਘਰੋਂ। ਜੀ। ਹਾਂਜੀ। ਬਲਕਿ ਜੇ ਉਹ ਇੱਥੇ ਰਹਿੰਦਾ ਤਾਂ ਤੁਸੀਂ ਉਸ ਨੂੰ ਇਕੱਲੇ ਨੂੰ ਰੱਖਣ ਲਈ ਤਿਆਰ? ਹਾਂਜੀ, ਘਰੇ ਰੱਖਣ ਲਈ ਤਿਆਰ ਆ। ਰੋਟੀ ਸਬਜ਼ੀ ਦੇ ਰੋਟੀ ਦੇਾਂਗੇ ਅਸੀਂ। ਪਹਿਲਾਂ ਵੀ ਇੱਥੇ ਰਹਿ ਰਿਹਾ ਸੀ? ਹਾਂਜੀ, ਸਾਡੇ ਕੋਲ ਹੀ ਰਹਿ ਰਿਹਾ ਸੀ। ਕਿੰਨੇ ਸਾਲ ਤੋਂ ਤੁਹਾਡੇ ਕੋਲ ਇੱਥੇ ਰਹਿ 2 ਸਾਲ ਹੋ ਗਏ ਵੀਰ ਜੀ ਸਾਨੂੰ ਆਇਆ ਨੂੰ ਇੱਥੇ। ਅੱਛਾ, 2 ਸਾਲ ਤੋਂ ਤੁਹਾਡੇ ਕੋਲੇ ਰਹਿ ਰਿਹਾ? ਹਾਂਜੀ ਹਾਂਜੀ। ਕਿੰਨੇ ਕਿ ਦਿਨ ਹੋ ਗਏ ਵੀ ਉਸ ਦੂਸਰੀ ਔਰਤ ਨਾਲ ਜਿਹੜੇ ਹੁਣ ਦੁਬਾਰੇ ਸੰਬੰਧ ਬਣਾਏ ਉਸਨੇ? ਵੀਰ ਜੀ ਗੱਲ ਤਾਂ 6 ਮਹੀਨੇ ਹੋ ਗਏ ਚੱਲਦੀ ਨੂੰ। ਪਹਿਲਾਂ ਲੜ ਲੁੜ ਕੇ ਦੂਜਾ ਵੱਡਾ ਮੁੰਡਾ ਕੁੜੀ ਇਹਨੂੰ ਟਿਕਾ ਕੇ ਵੀ ਭਾਈ ਤੂੰ ਇੱਥੇ ਟਿਕਿਆ ਰਹਿ, ਹੁਣ ਤੂੰ ਕੀ ਲੈਣਾ? ਹੁਣ ਕਹਿੰਦਾ ਜੀ ਕਿ ਮੇਰੀ ਤਾਂ ਸੁਲਾਹ ਹੋ ਗਈ, ਮੈਨੂੰ ਤਾਂ ਸਹਿਮਤ ਆ, ਹੁਣ ਤੁਸੀਂ ਜਾਓ। ਅੱਛਾ ਜੀ। ਹਾਂਜੀ। ਤੇ ਹੁਣ ਜਾਨੀ ਕਿ ਉਸ ਔਰਤ ਨੂੰ ਤੁਸੀਂ ਕਹਿੰਦੇ ਵੀ ਇੱਥੇ ਨਹੀਂ ਵੜਨੀ ਚਾਹੀਦੀ ਉਹ ਔਰਤ? ਹਾਂਜੀ ਵੀਰ ਜੀ, ਅਸੀਂ ਕਹਿੰਦੇ ਵੀ ਸਾਨੂੰ ਨਾ ਕੱਢ, ਤੂੰ ਜਾਣਾ ਜਾ। ਅਸੀਂ ਕੋਈ ਦੋਖੀ ਥੋੜਾ ਤੇਰੇ ਵੀ ਜਾਣਾ ਉਹਦੇ ਕੋਲੇ ਚਲੇ ਜਾਓ, ਵੀ ਘਰ ਤੂੰ ਹੀ ਪਾ ਕੇ ਦਿੱਤਾ। ਵੀ ਜੇ ਤੇਰੀ ਸਹਿਮਤੀ ਆ ਤੂੰ ਜਾ ਸਕਦਾ ਉੱਧਰ, ਅਸੀਂ ਕਿਹੜਾ ਤੈਨੂੰ ਰੋਕਦੇ, ਪੈਨਸ਼ਨ ਦੇਈ ਚੱਲ। ਜੀ। ਤੇ ਪਰ ਤੂੰ ਸਾਡਾ ਤਾਂ ਨਾ ਢਿੱਡ ਵੱਢ। ਹੁਣ ਮੈਂ ਬੱਚੀਆਂ ਜਵਾਨ, ਦੱਸੋ ਇਹ ਵਿਆਹੁਣ ਦਾ ਟਾਈਮ ਇਹਨਾਂ ਦਾ ਹੋਣ ਵਾਲਾ, ਹੁਣ ਮੈਂ ਵਿਆਹੂੰਗੀ ਕੁੜੀਆਂ ਕਿ ਘਰ ਬਾਰ ਪਾਵਾਂ? ਅੱਛਾ ਜੀ। ਦਿਹਾੜੀ ਕਰਕੇ ਤੁਸੀਂ 300 ਰੁਪਿਆ ਦਿਹਾੜੀ, 100 ਰੁਪਿਆ ਤੇਲ ਲਾ ਕੇ ਪਹਿਲਾਂ ਭੈਣੀ ਬੱਚੀਆਂ ਨੂੰ ਲੈ ਕੇ ਜਾਂਦਾ, ਫਿਰ ਉੱਥੋਂ ਲੈ ਕੇ ਆਉਣਾ ਅੱਛਾ ਜੀ। ਰਾਤ ਨੂੰ ਦਿਹਾੜੀ ਖਤਮ ਹੋਣ ਤੋਂ ਬਾਅਦ ਆਪਣੇ ਤਿੰਨੇ ਬੱਚਿਆਂ ਨੂੰ ਲੈ ਕੇ? ਹਾਂਜੀ। ਅੱਛਾ ਜੀ। ਉੱਥੋਂ ਲੈ ਕੇ ਆਉਂਦਾ। ਦੱਸੋ 200 ਚ ਮੈਂ ਬੱਚੇ ਪਾਲੂੰਗੀ ਕਿ ਘਰ ਬਾਰ ਪਾਵਾਂ ਕਿ ਕਿੱਥੇ ਜਾਵਾਂ? ਦੱਸੋ ਤੁਸੀਂ। ਜੀ। ਇੱਕ ਤੁਹਾਡੇ ਨਾਲ ਰਾਜੀਨਾਮੇ ਦੇ ਵਿੱਚ ਇਹ ਵੀ ਹੋਇਆ ਸੀ, 50 ਰੁਪਏ ਦੇ ਸਟਾਂਪ ਤੇ ਲਿਖਾਇਆ ਗਿਆ, ਜਿਸ ਦੇ ਵਿੱਚ ਉਹਨੇ ਕਿਹਾ ਸੀ ਵੀ ਇਹ ਸਾਰੀ ਪ੍ਰਾਪਰਟੀ ਦਾ ਹੱਕਦਾਰ ਹਰਪਾਲ ਸਿੰਘ ਹੈ। ਤੁਹਾਡਾ ਨਾਮ ਹਰਪਾਲ ਹੀ ਹੈ ਨਾ? ਹਾਂਜੀ, ਮੇਰਾ ਨਾਮ ਹਰਪਾਲ ਸਿੰਘ। ਤੇ ਫਿਰ ਉਹਨਾਂ ਨੇ ਇਸ ਤੋਂ ਬਾਅਦ ਕੀ ਹੋਇਆ ਵੀ ਉਹ ਐਫੀਡੇਵਿਟ ਵੀ ਬਣਿਆ, ਪਰ ਤੁਹਾਡੀ ਸੁਣਵਾਈ ਹੋ ਰਹੀ ਕਿ ਨਹੀਂ? ਨਹੀਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਤੁਸੀਂ ਉਹ ਐਫੀਡੇਵਿਟ ਦਿਖਾਇਆ ਸੀ ਵੀ ਇਹਨੇ ਆਪਣੇ ਹੋਸ਼-ਹਵਾਸ 'ਚ ਕਿਹਾ ਵੀ ਇਹ ਸਾਰਾ ਕੁਝ ਹੋ ਰਹੀ ਹੈ ਮੇਰੇ ਪੁੱਤ ਦਾ? ਅਸੀਂ ਦਿਖਾਇਆ ਸੀਗਾ ਜੀ, ਉਹ ਨਹੀਂ ਸਮਝ ਰਿਹਾ ਜੀ। ਸਮਝ ਜਾਏ। ਕੀ ਮੰਗ ਕਰਦੇ ਹੋ ਹੁਣ ਐਂਡ ਤੇ?
ਅਸੀਂ ਤਾਂ ਇਨਸਾਫ ਮੰਗਦੇ ਹਾਂ ਜੀ। ਮੈਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਵਾਂ ਜੀ, ਕਿਸ ਤਰੀਕੇ ਨਾਲ ਇਨਸਾਫ? ਜੋ ਪ੍ਰਸ਼ਾਸਨ ਦੇ ਸਕੇ ਜੀ। ਵੀਰ ਜੀ ਸਾਨੂੰ ਘਰ ਚਾਹੀਦਾ, ਸਾਨੂੰ ਇਹ ਕਿ ਸਾਨੂੰ ਘਰ ਛੱਡ ਦੇ ਵੀ ਤੂੰ ਕੋਈ ਨਾ ਤੂੰ ਉਧਰ ਚਲਿਆ ਜਾ, ਜਿਹੜਾ ਕੁਛ ਤੇ ਤੂੰ ਪੈਨਸ਼ਨ ਨਾਲ 4 ਸਾਲਾਂ 'ਚ ਫੇਰ ਘਰ ਖੜਾ ਕਰ ਦੇਂਗਾ ਤੇ ਵੀ ਸਾਨੂੰ ਘਰ 'ਚ ਰਹਿਣ ਦੇ। ਕਹਿੰਦਾ ਨਹੀਂ ਮੈਂ ਰਹਿਣ ਨਹੀਂ ਦੇਣਾ ਤੁਹਾਨੂੰ, ਤੁਸੀਂ ਆਪਦਾ ਭੈਣੀ ਜਾਓ ਉੱਥੇ। ਮੈਂ ਕਿਹਾ ਵੀ ਉੱਥੇ 2 ਕਮਰੇ ਆ, ਦੋਨੇ ਜਾਣੀਆਂ ਅਸੀਂ ਕਿੱਥੇ ਬੈਠਾਂਗੇ? ਹਾਂਜੀ ਵੀ ਉਹ ਤਾਂ ਆਪ ਦਿਹਾੜੀ ਲਾ ਕੇ ਉਹ ਵੀ ਨਹੀਂ ਘਰ ਪਾ ਸਕਦਾ। ਅੱਜ ਮੈਂ ਕਿਹਾ ਚੱਲ ਉਹਨੂੰ ਛੱਡਿਆ ਰਹਿਣ ਦੇ। ਕਹਿੰਦਾ ਨਹੀਂ ਤੁਸੀਂ ਉੱਥੇ ਜਾਓ। ਉਹ ਦੂਜੇ ਨੂੰ ਤਾਂ ਘਰ ਵੀ ਨਹੀਂ ਪਾ ਕੇ ਦਿੱਤਾ, ਇੱਕੋ ਥਾਂ ਅਸੀਂ ਦੋਨੇ ਦਰਾਣੀਆਂ ਜਠਾਣੀਆਂ ਰਹਿੰਦੀਆਂ ਸੀ। ਹਾਂਜੀ ਦੂਸਰੇ ਦਾ ਰੜਾ ਮੈਦਾਨ ਪਿਆ ਜੀ ਉਵੇਂ ਹੀ, ਬਸ ਘਰ ਨਹੀਂ ਉਹਨੂੰ ਪਾ ਕੇ ਦਿੱਤਾ। ਉਹ ਵੀ ਵਿਚਾਰਾ ਦਿਹਾੜੀਆਂ ਲਾਉਂਦਾ ਜੀ, ਤੁਹਾਡਾ ਭਰਾ ਜਿਹੜਾ? ਹਾਂਜੀ। ਵੀਰ ਜੀ ਇੱਕ ਗੱਲ ਹੋਰ, ਇੱਕ ਡੈਡੀ ਸਾਡਾ ਹੁਣ ਉੱਧਰ ਹੀ ਰਹਿੰਦਾ ਬਲਜਿੰਦਰ ਕੋਲ ਜਿਹੜੀ ਬਲਜਿੰਦਰ ਕੌਰ ਜਿਹੜੀ ਉਸਦੀ ਔਰਤ ਰੱਖੀ ਹੋਈ? ਹਾਂਜੀ ਹਾਂਜੀ। ਤੇ ਜੇ ਹੁਣ ਕੋਈ ਗੱਲਬਾਤ ਡੈਡੀ ਨੂੰ ਹੁੰਦੀ ਆ ਤੇ ਅਸੀਂ ਜ਼ਿੰਮੇਵਾਰ ਨਹੀਂ, ਉਹਦੀ ਜ਼ਿੰਮੇਵਾਰ ਬਲਜਿੰਦਰ ਕੌਰ ਹੋਊਗੀ। ਕਿੰਨੇ ਟਾਈਮ ਤੋਂ ਬਲਜਿੰਦਰ ਕੌਰ ਕੋਲ ਰਹਿ ਰਹੇ ਹੋ? ਵੀਰ ਜੀ 1.5 ਮਹੀਨਾ ਹੋ ਗਿਆ, ਪਹਿਲਾਂ ਸਾਲ ਹੋ ਗਿਆ ਸਾਨੂੰ ਲੜਦੇ ਨੂੰ, ਕੱਢਦੇ ਨੂੰ ਘਰੋਂ, ਤੇ ਹੁਣ 1.5 ਮਹੀਨਾ ਹੋ ਗਿਆ ਇੱਥੋਂ ਗਏ ਨੂੰ। ਪਹਿਲਾਂ ਛੋਟੇ ਮੁੰਡੇ ਕੋਲੇ ਗਿਆ, ਉਹਦੇ ਨਾਲ ਵੀ ਲੜ ਕੇ ਆ ਗਿਆ, ਕਹਿੰਦਾ ਮੈਂ ਤਾਂ ਆਪਦੇ ਘਰ ਵਾਲੀ ਨਾਲ ਸੁਲਾਹ ਕਰਨੀ। ਅੱਛਾ ਜੀ। ਉੱਥੋਂ ਭੈਣੀਓ ਉੱਥੋਂ ਵੀ ਲੜ ਕੇ ਆ ਗਿਆ। ਹੁਣ ਇੱਥੇ ਆ ਕੇ ਹੁਣ ਤਾਂ ਕਹਿੰਦਾ ਕਿ ਤੁਸੀਂ ਜਾਓ, ਮੈਂ ਉਹਨੂੰ ਲੈ ਕੇ ਆਉਣਾ। ਮੈਂ ਕਿਹਾ ਵੀ ਅਸੀਂ ਤਾਂ ਜਾਣਾ ਨਹੀਂ। ਆਪਣੇ ਰਿਸ਼ਤੇ ਕਿਤੋਂ ਨਹੀਂ ਮਿਲਦੇ, ਕਿਉਂਕਿ ਜਿਹੜੇ ਆਪਣੇ ਹੁੰਦੇ ਆ ਉਹ ਆਪਣੇ ਖੂਨ ਦੇ ਰਿਸ਼ਤੇ। ਪਰ ਕਾਮ ਵਾਸਨਾ ਜਦੋਂ ਬੰਦੇ ਨੂੰ ਘੇਰ ਲੈਂਦੀ ਆ ਤਾਂ ਜਿਹੜਾ ਖੂਨ ਆ ਉਹ ਕਿਵੇਂ ਪਾਣੀ ਪਾਣੀ ਹੁੰਦਾ, ਇਹ ਵੀਡੀਓ ਵਿੱਚ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ। ਦੱਸਿਆ ਕਿ ਬਜ਼ੁਰਗ ਜਿਹੜਾ 65 ਸਾਲ ਦਾ ਵਾ, ਉਸ ਬਜ਼ੁਰਗ ਨੇ ਇੱਕ ਨਜਾਇਜ਼ ਸੰਬੰਧ ਬਣਾ ਕੇ ਇੱਕ ਔਰਤ ਰੱਖੀ ਹੋਈ ਸੀ। ਤਲਾਕ ਵੀ ਹੁੰਦਾ, ਪੈਸੇ ਵੀ ਲੈ ਜਾਂਦੀ, ਪਰ ਫਿਰ ਉਹ ਪੰਜਾਬ ਦੀ ਕਹਾਵਤ ਹੈ ਕਿ ਮੁੜ ਘੁੜ ਬੋਤੀ ਬੋੜ ਥੱਲੇ ਜਾਣ ਵਾਲਾ ਕੰਮ ਹੋਇਆ ਪਿਆ ਕਿ ਬਜ਼ੁਰਗ ਫਿਰ ਉਸ ਔਰਤ ਕੋਲੇ ਹੀ ਜਾ ਰਿਹਾ। ਤੇ ਆਪਣੀ ਜਿਹੜੀ ਔਲਾਦ ਆ, ਜਿਸ ਭੈਣ ਜੀ ਨਾਲ ਉਸਨੇ ਮਾਤਾ ਨਾਲ ਆਨੰਦ ਕਾਰਜ ਕਰਵਾਏ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਅੱਜ ਉਹਨਾਂ ਦੇ ਬੱਚੇ ਦਿਹਾੜੀਆਂ ਲਾ ਕੇ ਦਰ ਦੀਆਂ ਠੋਕਰਾਂ ਖਾ ਰਹੇ ਨੇ। ਰਣਜੀਤ ਸਿੰਘ ਰਾਣਾ ਗੱਲ ਕਰ ਰਿਹਾ, ਪੱਤਰਕਾਰ ਜੀ ਜਗਰਾਉਂ ਤੋਂ। ਹਾਂਜੀ ਦੱਸੋ। ਮੈਂ ਤੁਹਾਨੂੰ ਇਹ ਕਹਿਣਾ ਵੀ ਮੈਂ ਨਾ ਤੁਹਾਡਾ ਪੱਖ ਲੈਣਾ, ਤੁਹਾਨੂੰ ਮਿਲਣਾ ਸੀਗਾ। ਇੱਕ ਤੁਹਾਡੇ ਮੁੰਡਿਆਂ ਨੇ ਖਬਰ ਲਵਾਈ ਤੁਹਾਡੇ ਖਿਲਾਫ, ਮੈਂ ਉਹਦੇ ਵਿੱਚ ਤੁਹਾਡਾ ਪੱਖ ਚਲਾਉਣਾ ਸੀ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਨਹੀਂ ਵੇਖ, ਮੈਂ ਤਾਂ ਦੱਸਿਆ ਸੀ ਗੁਰਪ੍ਰੀਤ ਨੂੰ ਵੀ, ਮੈਨੂੰ ਤਾਂ ਘਰੋਂ ਬਾਹਰ ਕੱਢਿਆ ਹੋਇਆ। ਅੱਛਾ ਜੀ। ਹਾਂ, ਕੁੱਟ ਕੇ ਘਰੋਂ ਬਾਹਰ ਕੱਢਤਾ, ਮੇਰੀ ਸਕੂਟਰੀ ਭੰਨਤੀ। ਦੱਸਦਾ ਵੀ ਮੇਰਾ ਐਸਐਸਪੀ ਦੇ ਕੇਸ ਚੱਲਦਾ ਵਾ ਜੀ। ਮੈਂ ਐਸਐਸਪੀ ਦੇ ਰਿਪੋਰਟ ਦਿੱਤੀ ਵੀ ਮੇਰੀ ਸੁਣਵਾਈ ਕੀਤੀ ਜਾਵੇ। ਅੱਛਾ ਜੀ। ਤੇ ਇੱਥੇ ਜਿਹੜਾ ਹੈਗਾ ਵਿਚਾਰਲਾ ਮੁੰਡਾ ਮੈਂ ਲੈ ਕੇ ਆਇਆ ਸੀਗਾ। ਪਹਿਲਾਂ ਸਾਡਾ ਮੇਰੀ ਘਰ ਵਾਲੀ ਸੀਗੀ ਜੀ। ਸੈਕੰਡ ਮੈਰਿਜ ਕਰਵਾ ਲਈ ਸੀਗੀ ਜੀ। 12 ਸਾਲ ਉਹ ਮੇਰੇ ਘਰੇ ਰਹੀ ਆ ਜੀ। 12 ਸਾਲ? ਹਾਂਜੀ ਜੀ। ਪਰ ਗੱਲ ਪਤਾ ਕੀ ਸੀ? ਗੱਲ ਉਹ ਕਹਿ ਰਹੇ ਵੀ ਮੈਂ ਉੱਥੋਂ ਵੀ ਪ੍ਰਾਪਰਟੀ ਆਪਦੀ ਵੇਚ ਕੇ ਮੈਨੂੰ ਇੱਥੇ ਲਿਆਇਆ, ਮੈਂ 5 ਲੱਖ 10 ਲੱਖ। ਬਿਲਕੁਲ ਪ੍ਰਾਪਰਟੀ ਨਹੀਂ ਵੇਚੀ, ਉਥੋਂ ਇਹਦੀ ਕੋਈ ਪ੍ਰਾਪਰਟੀ ਨਹੀਂ ਵੇਚੀ ਜਿਹੜੀ ਮੇਰਾ ਹਿੱਸਾ ਸੀਗਾ। ਮੈਂ ਕੁੜੀਆਂ ਦਾ ਜੇ ਮੇਰੇ ਬਾਪ ਦਾ ਸੀਗਾ, ਉਹਦੇ ਵਿੱਚੋਂ ਵੀ 2.5 ਕਨਾਲਾਂ ਵੇਚੀਆਂ। ਉੱਥੇ ਗੱਲ ਚੱਲੀ ਆ ਜੀ ਥਾਣੇ ਦੇ ਵਿੱਚ ਵੀ। ਦੂਜੇ ਬੱਚੇ ਵੀ ਕਹਿੰਦੇ ਵੀ ਗੱਲ ਇਹ ਡੈਡੀ ਵੀ ਸਾਡੇ ਨਾਂ ਤੇ ਵੀ। ਮੈਂ ਕਿਹਾ ਵੀ ਪੁੱਤ ਗੱਲ ਇਹ ਆ ਵੀ ਜੇ ਫਰਜ਼ ਕਰ ਤੁਸੀਂ ਵਸੀਅਤ ਕਰਵਾ ਲਓ ਜੀ, ਤੇ ਵੀ ਜੇ ਫਰਜ਼ ਕਰ ਦੂਜਾ ਆਪਣਾ ਕੁਰਸੀਨਾਮਾ ਕਰਾਉਣਾ ਵਾ, ਟੁੱਟ ਤਾਂ ਉਹ ਵੀ ਜਾਣਾ ਵਾ ਜੀ। ਤੇ ਮੈਂ ਕਿਹਾ ਵੀ ਗੱਲ ਇਹ ਆ ਵੀ ਤੁਸੀਂ ਜੇ ਕੁਰਸੀਨਾਮਾ ਵਾ ਵਿੱਚ ਕੁੜੀ ਦਾ ਬਰਾਬਰ ਹਿੱਸਾ ਵਾ ਜੀ। ਨਹੀਂ, ਤੁਹਾਡੀ ਕੁੜੀ ਔਰ ਜਿਹੜੇ ਤੁਹਾਡੇ ਪਹਿਲੀ ਮੈਰਿਜ ਦੇ ਪੁੱਤਰ ਆ, ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ ਵੀ ਸਾਡਾ ਜਿਹੜਾ ਡੈਡੀ ਆ ਸਾਡੇ ਨਾਲ ਧੱਕਾ ਕਰ ਰਿਹਾ, ਵੀ ਅਸੀਂ ਦਿਹਾੜੀਆਂ ਲਾਉਨੇ ਆ। ਜਿਹੜੇ ਦੂਜੀ ਜਨਾਨੀ ਦੇ ਬੱਚੇ ਆ ਉਹ ਵਧੀਆ ਪੈਸਿਆਂ ਦੇ ਐਸ਼ ਕਰ ਰਹੇ, ਅਸੀਂ ਦਿਹਾੜੀਆਂ ਲਾ ਰਹੇ ਆ। ਨਹੀਂ ਵੇਖ, ਕੋਈ ਉਹ ਐਸ਼ ਨਹੀਂ ਕਰਦੇ, ਕੋਈ ਕੁਛ ਨਹੀਂ। ਉਹ ਤਾਂ ਦੂਜਾ ਦੇ ਕੇ ਪੈਸੇ ਅਲੱਗ ਕਰਤੇ ਜੀ। ਇਹਨਾਂ ਨੇ ਮਜਬੂਰ ਮੈਨੂੰ ਕੀਤਾ ਵੀ ਨਾ, ਵੀ ਤੂੰ ਜਦੋਂ ਮੇਰੀ ਸੇਵਾ ਸੰਭਾਲਣੀ ਹੋਏਗੀ ਤੇ ਫਿਰ ਮੈਂ ਤਾਂ ਫਿਰ ਉਹਦੇ ਨਾਲ ਮੈਂ ਕਿਹਾ ਵੀ ਭਾਈ ਪਹਿਲਾਂ ਪਿੰਡ ਵੀ ਜਾ ਆਇਆ। ਕਿਸੇ ਬੱਚੇ ਨੇ ਮੇਰੀ ਸੁਣਵਾਈ ਕੀਤੀ ਜੀ। ਮੈਂ ਕਿਹਾ ਵੀ ਇਸ ਬੰਦੇ ਨੇ ਨਾ ਮੇਰੀ ਸਕੂਟਰੀ ਭੰਨੀ ਜੀ, ਮੂਹਰੇ ਸ਼ੀਸ਼ਾ ਸਭ ਤੋੜਤਾ ਜੀ। ਮੈਂ ਸਰਪੰਚ ਜਿਹੜਾ ਦੂਜਾ ਮੌਜੂਦਾ ਸਰਪੰਚ ਉਹਨੂੰ ਵੀ ਜਾ ਕੇ ਦਿਖਾਇਆ। ਫਿਰ ਮੈਂ ਕਿਹਾ ਵੀ ਇੱਥੇ ਮੇਰੀ ਕੋਈ ਸੁਣਵਾਈ ਨਹੀਂ। ਮੈਂ ਪਿੰਡ ਮੈਂ ਮੇਜਰ ਸਿੰਘ ਭੈਣੀ ਜੀ, ਉਹਨੂੰ ਫੋਨ ਕਰਕੇ ਮੇਰੇ ਬਾਰੇ ਪੁੱਛ ਲਿਓ ਵੀ ਇਹ ਤੇਜਾ ਸਿੰਘ ਕਿੱਦਾਂ ਦਾ ਬਿਜਲੀ ਮੁਲਾਜ਼ਮ ਬੰਦਾ ਵਾ ਜੀ। ਅਸੀਂ ਇਕੱਠੇ ਕਲਾਸ ਫੈਲੋ ਆ ਜੀ। ਤਾਂ ਕਹਿ ਰਹੇ ਵੇਖ ਦੁਨਾ ਪਿੰਡਾਂ ਦੇ ਵਿੱਚ ਹੀ ਮੈਨੂੰ ਇਹਨਾਂ ਨੇ ਬਦਨਾਮ ਕੀਤਾ ਹੋਇਆ। ਮੈਂ ਤਾਂ ਕਹਿੰਦਾ ਵੀ ਇਹੋ ਜਿਹੀ ਜ਼ਿੰਦਗੀ ਇਹਨੂੰ ਕੀ ਥੋੜਿਆ ਪਿਆ ਵੀ ਮੈਂ ਕੋਈ ਖਾ ਕੇ ਮਰ ਜਾਂਦਾ। ਉਹ ਰਾਜੀ ਬੰਦਾ ਹੋਇਆ ਵਾ। ਉਹ ਜੇ ਪੈਸਾ ਵੀ ਆ
ਉਹ ਪਤਾ ਕਿੱਦਾਂ 10 ਲੱਖ ਵੀ ਦਿੱਤਾ ਵਾ। ਹੂੰ ਸਾਡਾ ਦੂਜਾ ਸੀਗੀ ਉੱਥੇ ਜੁਆਇੰਟ ਕੋਠੀ ਸੀਗੀ, ਜੀ। ਉਹ ਪੈਸੇ ਹੀ ਉਹਨੇ ਦਿੱਤੇ ਆ, ਹੋਰ ਤਾਂ ਕੋਈ ਨਹੀਂ ਸੀਗਾ। ਨਹੀਂ ਉਹ ਤਾਂ ਪੈਸੇ ਤੁਸੀਂ ਜਨਾਨੀ ਦੀ ਝੋਲੀ ਪਾ ਰਹੇ ਹੋ, ਸਰਪੰਚ ਵੀ ਨਾਲ ਆ ਤੁਹਾਡੇ ਖੜਾ ਹੋਇਆ। ਸਰਪੰਚ ਤਾਂ ਹੈਗਾ, ਮੈਂ ਇਸ ਨੂੰ ਨਹੀਂ ਗੱਲ ਕਰਦਾਗਾ। ਉਹ ਫਿਰ ਪੈਸੇ ਪੈਸੇ ਤਾਂ ਦੇਣੇ ਹੀ ਸੀਗੇ। ਹਾਂਜੀ ਫਿਰ ਉਹ ਵੀ ਇਹੀ ਗੱਲ ਕਹਿ ਰਹੇ ਵੀ ਇੱਕ ਪਾਸੇ ਤਾਂ ਆਪਾਂ ਜਨਾਨੀ ਨੇ ਰਾਜੀਨਾਮਾ ਕਰਕੇ 10,40,000 ਰੁਪਇਆ ਦਿੱਤਾ, ਮੁੜ ਕੇ ਫਿਰ ਉਸੇ 40,000 ਇਹਨਾਂ ਨੇ ਦਿੱਤਾ, ਮੇਰੇ ਆਪਦੇ ਪੈਸੇ ਸੀ। ਮੁੰਡਾ ਤੁਹਾਡਾ ਕਹਿੰਦਾ 5 ਲੱਖ ਮੈਂ ਦਿੱਤਾ ਜੀ। ਉਹ ਗਲਤ ਐਵੇਂ ਬਕਵਾਸਬਾਜੀ ਕਰਦਾ। ਅੱਛਾ ਜੀ। 10 ਲੱਖ 5 ਲੱਖ ਦੀ ਮੇਰੀ FD ਤਲਾਈ। ਅੱਛਾ ਜੀ। ਫਿਰ ਉਹ ਕਹਿੰਦਾ ਵੀ ਪੈਸੇ ਦੇਣ ਤੋਂ ਬਾਅਦ ਮੁੜ ਕੇ ਫਿਰ ਆਪਾਂ ਉੱਥੇ ਹੀ ਜਾ ਵੜੀਏ ਵੀ ਪਹਿਲਾਂ ਆਪਾਂ ਮਸਾਂ ਨਵੇੜਿਆ ਸੀ, ਅਸੀਂ ਡੈਡੀ ਨੂੰ ਇਹੀ ਕਹਿ ਰਹੇ ਹਾਂ। ਮਸਾ ਨਵੇੜਿਆ ਜਦੋਂ ਵੇਖ ਮੇਰੀ ਕੋਈ ਸਹੂਲਤ ਨਹੀਂ ਮੈਨੂੰ ਮਿਲੀ ਜੀ। ਜੀ ਮੈਂ ਤਾਂ ਕਿਹਾ ਸੀਗਾ ਨਾ ਵੀ ਮੇਰੇ ਬੱਚੇ ਆ, ਪਰ ਜਦੋਂ ਮੇਰੇ ਬੱਚੇ ਸਹੀ ਨਹੀਂ ਗਏ ਤਾਂ ਫਿਰ ਮੈਂ ਦੱਸ ਇਹ ਮੁੰਡਾ ਨਸ਼ਾ ਕਰਦਾ। ਠੀਕ ਹੈ ਜੀ। ਠੀਕ ਹੈ। ਓਕੇ।